ਗੁਰਦਾਸ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ। ਭਗਤ ਪੂਰਨ ਸਿੰਘ ਹੋਣਾ ਨੇ ਇੱਕ ਗੱਲ ਬੋਲੀ ਹੈ, ਕਹਿੰਦੇ ਮੈਂ ਜਦੋਂ ਪਹਿਲੀ ਵਾਰ ਫਤਿਹਗੜ੍ਹ ਸਾਹਿਬ ਗਿਆ ਸੀ ਨਾ ਸਰਹੰਦ ਦੇ ਵਿੱਚ, ਤੇ 14 ਕੁ ਸਾਲ ਦੀ ਮੇਰੀ ਉਮਰ ਸੀ। ਮੈਂ ਕੁਝ ਗੱਲਾਂ ਵੇਖੀਆਂ ਸੀ, ਉਹਦੇ ਵਿੱਚੋਂ ਇੱਕ ਗੱਲ ਦਾ ਮੇਰੇ ਉੱਤੇ ਜਿਹੜਾ ਪ੍ਰਭਾਵ ਸਭ ਤੋਂ ਜ਼ਿਆਦਾ ਪਿਆ ਸੀ ਨਾ, ਉਹ ਇਹ ਸੀ ਵੀ ਦਸੰਬਰ ਦਾ ਮਹੀਨਾ ਹੁੰਦਾ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਤੇ ਇਸ਼ਨਾਨ ਕਰਦੇ ਪਏ ਨੇ। ਸਾਡੀ ਪਰੰਪਰਾ 'ਚ ਇੰਨਾ ਇਸ਼ਨਾਨ ਤੇ ਇੰਨਾ ਬਾਣੀ ਵਾਲਾ ਪਾਸਾ ਵੀ ਅੰਮ੍ਰਿਤ ਵੇਲੇ ਸਿੱਖ ਜਾਗਦੇ ਨੇ, ਤੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਪ੍ਰਚਾਰਕ ਤੇ ਪੜ੍ਹੇ ਲਿਖੇ ਸਿੱਖ ਹੋਏ ਕਹਿੰਦੇ ਨੇ ਵੀ ਲੋੜ ਹੀ ਨਹੀਂ ਅੰਮ੍ਰਿਤ ਵੇਲੇ ਉੱਠਣ ਦੀ, ਉਹਨੇ ਤੇ ਆਪੇ ਕਹਿਣਾ ਜਿਹਨੂੰ ਛੇਤੀ ਨੀਂਦ ਨਹੀਂ ਆਉਂਦੀ। ਇਸ ਕਰਕੇ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ, ਭਾਈ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ। ਜਿਨ੍ਹਾਂ ਨੂੰ ਪੜ੍ਹਨ ਦੀ ਆਦਤ ਹੈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਕੇ ਪੜ੍ਹਨ, ਬਾਅਦ ਦੇ ਵਿੱਚ ਦਿਨ ਦੇ ਵਿੱਚ ਰੈਸਟ ਕਰ ਲੈਣ, ਕੋਈ ਦਿੱਕਤ ਨਹੀਂ। ਰਾਤ ਨੂੰ ਫੋਨ ਚਲਾਉਣ ਦੀ ਆਦਤ ਪੈ ਗਈ ਹੈ, ਇਹ ਛਡਾਉਣੀ ਹੈ ਤੇ ਅੰਮ੍ਰਿਤ ਵੇਲੇ ਦਾ ਜਾਗਣਾ ਸੰਭਾਲਣਾ ਪਵੇਗਾ, ਇਹ ਸਾਰਾ ਕੁਝ ਹੀ ਹੋ ਜਾਵੇਗਾ। ਮਹਾਰਾਜ ਕਿਰਪਾ ਕਰੇ, ਪਰ ਇਹ ਸਾਡੀ ਪ੍ਰੋਬਲਮ ਸਾਡੀ ਹੈ ਤੇ ਨਜਿੱਠਣਾ ਵੀ ਸਾਨੂੰ ਹੀ ਪੈਣਾ ਹੈ। ਮੈਂ ਕਿਸੇ ਲਈ ਨਹੀਂ ਉੱਠ ਸਕਦਾ, ਨਾ ਕੋਈ ਮੇਰੇ ਲਈ ਉੱਠ ਸਕਦਾ। ਇੱਦਾਂ ਕਹਿ ਲਈਏ ਵੀ ਪ੍ਰੋਬਲਮ ਸਾਡੀ ਹੈ ਤੇ ਦਵਾਈ ਵੀ ਸਾਨੂੰ ਹੀ ਖਾਣੀ ਪੈਣੀ ਹੈ। ਲੱਭੋ ਵੀ ਕਿੱਦਾਂ ਖਾਣੀ ਹੈ। ਫਿਰ ਮਹਾਰਾਜ ਦੇ ਕੋਲ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਇਹ ਦੇ ਦੇਵੇ ਸਾਨੂੰ ਜ਼ਿੰਦਗੀ ਦੇ ਵਿੱਚ। ਹਜ਼ੂਰ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਏ ਨਵੰਦੇ। ਹੁਣ ਇਸ਼ਨਾਨ ਤੇ ਕਰ ਲਿਆ, ਅੰਮ੍ਰਿਤ ਵੇਲੇ ਜਾਗ ਵੀ ਪਏ, ਸਹਿਜ ਸਮਾਧ ਅਗਾਧ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ। ਜੇ ਉੱਠ ਪਏ ਨੇ ਨਾ ਤਾਂ ਉੱਠ ਕੇ ਇਹ ਨੇ ਵੀ ਉਬਾਸੀਆਂ ਹੀ ਨਹੀਂ ਮੁੱਕਦੀਆਂ ਪਈਆਂ, ਇਸ਼ਨਾਨ ਕਰਨ ਤੋਂ ਬਾਅਦ ਵੀ ਉਬਾਸੀਆਂ ਮਾਰੀ ਜਾਂਦੇ ਨਹੀਂ। ਹਜ਼ੂਰ ਕਹਿੰਦੇ ਇਹ ਕਿੱਦਾਂ ਦਾ ਇਸ਼ਨਾਨ ਹੋਇਆ, ਇਹਨੂੰ ਸੋਚੋ। ਸਹਿਜ ਸਮਾਧੀ ਲੱਗੀ ਹੋਈ ਹੈ। ਸਹਿਜ ਸਮਾਧੀ ਹੁੰਦੀ ਹੈ ਜਿਹੜਾ ਨੈਚੁਰਲ ਸਾਡਾ ਸੁਭਾਅ ਹੁੰਦਾ ਹੈ। ਸਹਿਜ ਦਾ ਮਤਲਬ ਹੁੰਦਾ ਹੈ ਟਿਕਾ। ਜਿੱਦਾਂ ਦਰਖਤ ਦੇ ਉੱਤੇ ਪੰਛੀ ਸਹਿਜ ਦੇ ਵਿੱਚ ਜਾ ਕੇ ਬੈਠ ਜਾਂਦਾ, ਡਿੱਗਦਾ ਨਹੀਂ ਹੈ ਨਾ। ਸਾਡੇ ਵਰਗੇ ਨੂੰ ਬੈਠਣਾ ਪੈ ਜਾਵੇ ਤੇ ਡਰ ਹੀ ਲੱਗਾ ਰਹਿੰਦਾ ਵੀ ਹੁਣ ਵੀ ਡਿੱਗੇ ਤੇ ਹੁਣ ਵੀ ਡਿੱਗੇ। ਇੱਕ ਹੁੰਦਾ ਹੈ ਸਹਿਜ ਸੁਭਾਅ, ਨੈਚੁਰਲ ਸੁਭਾਅ। ਸਹਿਜ ਸਮਾਧ ਅਗਾਧ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਤੇ ਉਹਨਾਂ ਦੀ ਸਮਾਧੀ ਰੱਬ ਦੇ ਵੱਲ ਲੱਗੀ ਹੋਈ ਹੈ। ਮੈਨੂੰ ਮਾਫ਼ ਕਰ ਦਿਓ, ਮੈਂ ਬੇਨਤੀ ਕਰਾਂਗਾ, ਜੇ ਰੱਬ ਨੇ ਤੁਹਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ, ਜੇ ਜਾਗਣੇ ਬਖਸ਼ੇ ਨੇ ਤੁਹਾਨੂੰ, ਤੇ ਆਪਣੇ ਫੋਨ ਤੋਂ ਉਦੋਂ ਬਚਾ ਲਓ ਆਪਣੇ ਆਪ ਨੂੰ। ਉਦੋਂ ਫੋਨ ਨਾ ਛੇੜਿਆ ਕਰੋ। ਕਈ ਉੱਠਦੇ ਨੇ ਤੇ ਉੱਠਦਿਆਂ ਪਹਿਲਾਂ ਹੀ ਫੋਨ ਦੇ ਦਿਵਾਲੇ ਹੋ ਜਾਂਦੇ ਨੇ ਵੀ ਕੀ ਨੋਟੀਫਿਕੇਸ਼ਨ ਆ ਗਏ ਨੇ, ਵੀ 2 ਵਜੇ ਤੂੰ ਸੁੱਤਾ ਹੈ, 4 ਵਜੇ ਤੂੰ ਫਿਰ 2-4 ਘੰਟਿਆਂ ਬਾਅਦ ਫਿਰ ਉੱਠ ਪਿਆ। 4 ਘੰਟਿਆਂ 'ਚ ਕੀ ਦੁਨੀਆ ਬਦਲ ਗਈ ਹੈ ਵੀ ਤੈਨੂੰ ਨੋਟੀਫਿਕੇਸ਼ਨ ਵੇਖਣ ਦੀ ਲੋੜ ਪੈ ਗਈ ਹੈ। ਤੇ ਨਾਲੇ ਕਿਹੜਾ ਤੂੰ ਉਹਦਾ ਸੰਭਾਲ ਕੇ ਰੱਖਿਆ ਦੁਨੀਆ ਦਾ ਵੀ ਜੇ ਤੂੰ ਨੋਟੀਫਿਕੇਸ਼ਨ 2 ਘੰਟੇ ਲੇਟ ਵੇਖ ਲਵੇਂਗਾ ਤੇ ਪਤਾ ਨਹੀਂ ਜ਼ਿੰਦਗੀ ਖਲੋ ਜਾਣੀ ਹੈ। ਪਰ ਵੇਖਾਂ ਤੇ ਸਹੀ ਵੀ ਆਇਆ ਕੀ ਹੈ। ਸਵੇਰੇ ਉੱਠਦਿਆਂ ਹੀ ਫੇਸਬੁੱਕ ਦੇ ਦੁਆਲੇ, ਸਵੇਰੇ ਉੱਠਦਿਆਂ TV ਦੇ ਦੁਆਲੇ ਵੀ ਖਬਰਾਂ ਸੁਣ ਲਓ ਪਹਿਲਾਂ ਵੀ ਕੀ ਹੋ ਗਿਆ। ਇਹੋ ਜਿਹੀ ਖਬਰ ਸਵੇਰੇ ਸੁਣਨ ਨੂੰ ਮਿਲ ਜਾਂਦੀ ਹੈ, ਸਾਰਾ ਦਿਨ ਹੀ ਖਰਾਬ ਹੋ ਜਾਂਦਾ। ਬਾਅਦ 'ਚ ਕਿਹਨੂੰ ਕਹਿਣਾ। ਇਸ ਕਰਕੇ ਬਚਾ ਕੇ ਰੱਖੋ। ਮੈਂ ਫਿਰ ਬੇਨਤੀ ਕਰ ਦੇਵਾਂ, ਅੰਮ੍ਰਿਤ ਵੇਲਾ ਇੰਨਾ ਸ਼ਾਂਤ ਹੋਣਾ ਚਾਹੀਦਾ ਹੈ, ਕੋਈ ਲਾਗੇ ਰੌਲਾ ਨਾ ਪਾਵੇ। ਜੇ 3 ਜਾਣੇ ਵੀ ਉੱਠੇ ਨੇ ਨਾ ਤੇ 3 ਜਾਣਿਆਂ ਨੂੰ ਵੀ ਇੱਕ ਦੂਜੇ ਦੇ ਸਪੇਸ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ, ਆਪਣਾ ਆਪਣਾ ਇੰਡੀਵਿਜੂਅਲ ਹੋਣਾ ਚਾਹੀਦਾ ਹੈ। ਸੰਗਤ ਵਿੱਚ ਨਿਤਨੇਮ ਕਰਦੇ ਪਏ ਜੇ ਉਹ ਗੱਲ ਅਲੱਗ ਹੈ, ਪਰ ਇੱਦਾਂ ਨਹੀਂ ਵੀ ਇੱਕ ਜਾਣਾ ਚੁੱਪ ਕਰਕੇ ਸੁਣਦਾ ਪਿਆ ਵੀ ਚੱਲ ਕਿਤੇ ਚੁੱਪ ਮੂੰਹ ਦੇ ਵਿੱਚ ਪਾਠ ਕਰਦਾ ਪਿਆ, ਕੋਈ ਦੂਜਾ ਨੂੰ ਬੁਲਾਈ ਜਾਵੇ, ਉਹ ਫਿਰ ਕੀ ਹੈ, ਉਹਦਾ ਵੀ ਖਰਾਬ ਕਰਕੇ ਰੱਖ ਦੇਣਾ। ਨਹੀਂ, ਸਹਿਜ ਸਮਾਧ, ਅੰਦਰ ਤੋਂ ਸਮਾਧੀ ਲੱਗੀ ਹੋਵੇ, ਅਗਾਧ ਵਿੱਚ ਰੱਬ ਵਿੱਚ ਇੱਕ ਮਨ ਹੋਏ ਗੁਰ ਜਾਪ ਜਪੰਦੇ। ਇੱਕ ਮਨ ਹੋ ਕੇ ਤੇ ਜਾਪ ਕਰਦੇ ਨੇ। ਮੱਥੇ ਟਿੱਕੇ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ। ਨਿਤਨੇਮ ਸਿੱਖ ਨੇ ਘਰ ਦੇ ਵਿੱਚ ਹੀ ਕਰ ਲੈਣਾ ਹੈ। ਇਹ ਨਹੀਂ ਵੀ ਗੁਰਦੁਆਰੇ ਕਰਨਾ ਨਹੀਂ ਚਾਹੀਦਾ, ਪਰ ਜਿਹੜਾ ਨਿਤਨੇਮ ਹੈ, ਜਦੋਂ ਸਿੱਖ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਨਿਤਨੇਮ ਸਿੱਖ ਦਾ ਹੋ ਗਿਆ। ਹੁਣ ਉੱਥੇ ਕੀ ਕਰਨਾ ਹੈ, ਸਾਧ ਸੰਗਤ ਚੱਲ ਜਾਏ ਬਹੰਦੇ। ਸੰਗਤ ਦੇ ਵਿੱਚ ਆ ਕੇ ਬੈਠ ਜਾਂਦੇ ਨੇ। ਮੱਥੇ ਟਿੱਕੇ ਲਾ ਲਾਏ ਦਾ ਮਤਲਬ ਇਹ ਨਹੀਂ ਵੀ ਟਿੱਕਾ ਲਾਉਂਦੇ ਨੇ। ਹੁਣ ਗੁਰਦੁਆਰੇ ਵਿੱਚ ਤਾਂ ਟਿੱਕਾ ਲੱਗਦਾ ਹੀ ਨਹੀਂ, ਹਾਲਾਂਕਿ ਮੰਦਿਰ 'ਚ ਲੱਗਦਾ ਹੈ। ਮੱਥੇ ਟਿੱਕੇ ਦਾ ਮਤਲਬ ਹੁੰਦਾ ਹੈ ਟਿੱਕਾ, ਇੱਕ ਤੇ ਹੁੰਦਾ ਹੈ ਜਿਹੜਾ ਤਿਲਕ ਲੱਗਦਾ ਹੈ, ਇੱਕ ਟਿੱਕੇ ਦਾ ਮਤਲਬ ਹੁੰਦਾ ਹੈ ਉੱਤਰਾ ਅਧਿਕਾਰੀ ਹੋਣਾ। ਜਿੱਦਾਂ ਰਾਜੇ ਦੇ ਪੁੱਤਰ ਨੂੰ ਟਿੱਕਾ ਲੱਗਦਾ ਸੀ ਵੀ ਰਾਜੇ ਤੋਂ ਬਾਅਦ ਇਹ ਗੱਦੀ ਦੇ ਉੱਤੇ ਬੈਠੇਗਾ। ਰਾਜ ਤਿਲਕ ਦਾ ਇੱਥੇ ਮਤਲਬ ਇਹ ਹੈ ਵੀ ਗੁਰੂ ਦੇ ਵਿੱਚ ਸੰਗਤ ਦੇ ਬੈਠਣ ਦੇ ਅਧਿਕਾਰੀ ਹੋ ਗਏ ਸਿੱਖ। ਅੰਮ੍ਰਿਤ ਵੇਲੇ ਜਾਗੇ ਤੇ ਸੰਗਤ ਦੇ ਵਿੱਚ ਆ ਕੇ ਅਧਿਕਾਰੀ ਹੋ ਗਏ ਨੇ। ਫਿਰ ਸ਼ਬਦ ਸੁਰਤ ਲਿਵਲੀਨ ਹੋਏ, ਸੰਗਤ ਦੇ ਵਿੱਚ ਆ ਕੇ ਕੀ ਕਰਦੇ ਨੇ ਅੰਮ੍ਰਿਤ ਵੇਲੇ। ਮੈਨੂੰ ਮਾਫ਼ ਕਰ ਦਿਓ, ਮੈਂ ਇਸ ਕਰਕੇ ਕਹਿਣਾ ਹੁੰਦਾ, ਤੁਹਾਡੇ ਵਿੱਚੋਂ ਜਿਹੜੇ ਆਉਂਦੇ ਨੇ ਅੰਮ੍ਰਿਤ ਵੇਲੇ, ਉਹ ਤੇ ਚਲੋ ਮਾਹੌਲ ਨੂੰ ਵੇਖਦੇ ਨੇ ਜਾਂ ਕਿਤੇ ਬਾਹਰ ਵੀ ਵੇਖਿਆ ਹੋਵੇ। ਅੰਮ੍ਰਿਤ ਵੇਲੇ ਉੱਚੀ ਬੋਲਣ ਵਾਲਾ ਬੰਦਾ ਨਹੀਂ ਹੋਣਾ ਚਾਹੀਦਾ, ਤੇ ਅੰਮ੍ਰਿਤ ਵੇਲੇ ਬੇਕਾਰ ਦੀਆਂ ਗੱਲਾਂ ਕਰਨ ਵਾਲਾ ਬੰਦਾ ਵੀ ਲਾਗੇ ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਵੀ ਬੰਦੇ ਨੇ ਬੜੀ ਮਿਹਨਤ ਕਰਕੇ ਉੱਠਿਆ, ਕਿੰਨਾ ਮਨ ਨੂੰ ਸਮਝਾਉਣਾ ਪੈਂਦਾ, ਤੇ ਫਿਰ ਬੰਦਾ ਉੱਠਦਾ ਤੇ ਜਿਹੜਾ ਉੱਠਿਆ ਉਹਨੇ ਗੱਲਾਂ ਕਰ ਕਰਕੇ ਹੀ ਬਸ
ਸਾਰਾ ਇੱਕ ਅੰਮ੍ਰਿਤ ਵੇਲਾ ਖੁੰਝਾ ਦਿੱਤਾ, ਉੱਠਣ ਦਾ ਕੀ ਫਾਇਦਾ ਹੋਇਆ ਸਾਡੇ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿਸੇ ਨਾਲ ਗੱਲ ਨਾ ਕਰਿਆ ਕਰੋ ਅੰਮ੍ਰਿਤ ਵੇਲੇ, ਆਪਣਾ ਕੰਮ ਪਰਸਨਲ ਰੱਖਿਆ ਕਰੋ, ਚਾਹੇ ਘਰ 'ਚ ਸੰਭਾਲਦੇ ਜੇ, ਚਾਹੇ ਗੁਰਦੁਆਰੇ ਆ ਕੇ ਸੰਭਾਲਦੇ ਜੇ, ਕਿਸੇ ਨੂੰ ਬੁਲਾਉਣ ਦੀ ਲੋੜ ਨਹੀਂ ਹੈ। ਟੂ ਦੀ ਪੁਆਇੰਟ ਗੱਲ ਕਰੋ, ਕਿਸੇ ਨਾਲ ਗੱਲ ਨਾ ਕਰੋ, ਆਪਣਾ ਆਪਣਾ ਅੰਮ੍ਰਿਤ ਵੇਲਾ ਇੱਦਾਂ ਸੰਭਾਲਣ ਦੀ ਕੋਸ਼ਿਸ਼ ਕਰੀਏ। ਸ਼ਬਦ ਸੁਰਤ ਲਿਵਲੀਨ ਹੋਏ, ਸੁਰਤ ਕਿੱਥੇ ਹੋਵੇ, ਧਿਆਨ ਕਿੱਥੇ ਹੋਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨਾਂ ਦੀ ਸੁਰਤ ਸ਼ਬਦ ਦੇ ਵਿੱਚ ਲੱਗੀ ਹੁੰਦੀ ਹੈ। ਆਪਣਾ ਚੁੱਪ ਕਰਕੇ ਪਾਠ ਕਰੀ ਜਾਓ, ਲੋੜ ਨਹੀਂ ਉੱਚੀ ਪਾਠ ਕਰਨ ਦੀ ਵੀ। ਵੈਸੇ ਤਾਂ ਅੰਮ੍ਰਿਤ ਵੇਲਾ ਹੁੰਦਾ ਹੀ ਇੰਨਾ ਸ਼ਾਂਤ ਹੈ ਕਿ ਬੰਦਾ ਉੱਚੀ ਬੋਲੇ ਤਾਂ ਦੂਜੇ ਡਿਸਟਰਬ ਹੋ ਜਾਂਦੇ ਨੇ, ਇਹ ਵੀ ਧਿਆਨ ਰੱਖਣ ਦੀ ਲੋੜ ਹੈ। ਅੰਮ੍ਰਿਤ ਵੇਲੇ ਹੀ ਸਾਡੇ ਤੇ ਮਤਲਬ ਪਿੰਡਾਂ ਦੇ ਵਿੱਚ ਤੇ ਕਈਆਂ ਥਾਵਾਂ ਤੇ ਇੱਦਾਂ ਦੇ ਵਿਧਾਨ ਹੋ ਗਏ, ਇੱਕ ਪਾਸੇ ਸੁਖਮਨੀ ਸਾਹਿਬ ਚੱਲਦਾ ਪਿਆ, ਦੂਜੇ ਪਾਸੇ ਆਸਾ ਦੀ ਵਾਰ ਚੱਲਦੀ ਪਈ, ਤੀਜੇ ਪਾਸੇ ਜਾਪ ਸਾਹਿਬ ਚੱਲਦਾ ਪਿਆ, ਚੌਥੇ ਪਾਸੇ ਜਪਜੀ ਸਾਹਿਬ ਚੱਲਦਾ ਪਿਆ, ਸਾਰੇ ਸਪੀਕਰ ਬੜੀ ਉੱਚੀ ਲੱਗੇ ਪਏ ਨੇ। ਉਹ ਸਮਝ ਹੀ ਨਹੀਂ ਲੱਗਦੀ ਵੀ ਕੀ ਬਣੀ ਜਾਂਦਾ। ਚਲੋ ਇੱਥੇ ਤੇ ਸਪੀਕਰ ਨਹੀਂ ਲੱਗੇ ਹੁੰਦੇ ਨਾ ਸਵੇਰੇ ਸਵੇਰ, ਪਰ ਅਸੀਂ ਸੋਚੀਏ ਸਾਡਾ ਧਿਆਨ ਸ਼ਬਦ ਦੇ ਵਿੱਚ ਹੈ। ਜਦੋਂ ਮੈਂ ਉੱਠਦਾ ਹਾਂ ਸਭ ਤੋਂ ਪਹਿਲਾਂ ਮੈਨੂੰ ਕਿਹੜੀਆਂ ਚੀਜ਼ਾਂ ਦਾ ਖਿਆਲ ਆਉਂਦਾ, ਇਹ ਸੋਚਣ ਦੀ ਲੋੜ ਹੈ। ਸ਼ਬਦ ਸੁਰਤ ਲਿਵਲੀਨ ਹੋਏ ਸਤਿਗੁਰੂ ਬਾਣੀ ਗਾਏ ਸੁਣਨ ਭਾਏ ਭਗਤ ਭੈ ਵਰਤਮਾਨ ਗੁਰ ਸੇਵਾ ਗੁਰਪੁਰਬ ਕਰਨ ਦੇ। ਪਿਆਰ ਦੇ ਵਿੱਚ ਵਰਤਦੇ ਨੇ, ਸਤਿਕਾਰ ਦੇ ਵਿੱਚ ਵਰਤਦੇ ਨੇ, ਅਦਬ ਦੇ ਵਿੱਚ ਵਰਤਦੇ ਨੇ। ਗੁਰ ਸੇਵਾ, ਗੁਰੂ ਦੀ ਸੇਵਾ ਤੇ ਗੁਰਪੁਰਬ। ਗੁਰਪੁਰਬ ਦਾ ਮਤਲਬ ਹੁੰਦਾ ਹੈ ਗੁਰੂ ਦੇ ਨਾਲ ਸੰਬੰਧਿਤ ਦਿਨ। ਗੁਰਪੁਰਬ ਕਿੱਦਾਂ ਕਰਦੇ ਨੇ, ਪਿਆਰ ਦੇ ਨਾਲ ਕਰਦੇ ਨੇ। ਤੇ ਮੈਂ ਮਾफ़ ਕਰ ਦਿਓ ਇਹ ਗੱਲਾਂ, ਕਿਉਂਕਿ ਮੈਂ ਵੇਖਦਾ ਤੇ ਮੈਂ ਤਾਂ ਕਹਿ ਦਿੰਦਾ ਹੁੰਦਾ ਵੀ ਅਬਲ ਤੇ ਗੁਰਦੁਆਰੇ ਆਉਣਾ ਨਹੀਂ, ਜੇ ਗੁਰਪੁਰਬ ਤੇ ਆ ਵੀ ਗਏ ਤੇ 50 ਜਣਿਆਂ ਨੂੰ ਲੜ ਕੇ ਚਲ ਗਏ ਵੀ ਤੈਨੂੰ ਇੱਦਾਂ ਕਰ ਦੇਣਾ ਤੇ ਤੈਨੂੰ ਇੱਦਾਂ ਕਰ ਦੇਣਾ। ਅੱਧੀਆਂ ਦੀਆਂ ਲੜਾਈਆਂ ਗੁਰਪੁਰਬ ਵਾਲੇ ਦਿਨ ਹੋ ਜਾਂਦੀਆਂ ਨੇ। ਕਿਉਂ? ਕਿਉਂਕਿ ਅਬਲ ਤੇ ਆਉਣਾ ਹੀ ਨਹੀਂ, ਜੇ ਆਉਣਾ ਤੇ ਫਿਰ ਕਲੇਸ਼ ਪਾ ਕੇ ਬੈਠ ਜਾਣਾ। ਨਹੀਂ, ਇੱਦਾਂ ਨਹੀਂ। ਭਾਏ ਭਗਤ ਭੈ ਵਰਤਮਾਨ, ਸਿੱਖ ਦੇ ਗੁਰੂ ਦਾ ਦਿਨ ਹੋਵੇ ਤੇ ਸਿੱਖ ਖੈਬੜਦਾ ਫਿਰੇ, ਇਹ ਕਿੱਦਾਂ ਦਾ ਦਿਨ ਹੋਵੇਗਾ? ਸਾਡੇ ਘਰ 'ਚ ਖੁਸ਼ੀ ਹੋਵੇ ਤੇ ਸਿੱਖ ਲੜਦਾ ਫਿਰਦਾ ਕਿਸੇ ਦੇ ਨਾਲ, ਵੀ ਅਸੀਂ ਲੜਦੇ ਫਿਰਦੇ ਹਾਂ ਵੀ ਅੱਜ ਮੇਰੇ ਘਰ 'ਚ ਖੁਸ਼ੀ ਆ ਤਾਂ ਮੈਂ ਲੜਨਾ। ਹੁਣ ਤੇ ਚਾਹ ਹੀ ਇਹ ਨਾ ਹੁੰਦਾ ਵੀ ਕੋਈ ਨਹੀਂ ਮੈਂ ਬਾਅਦ 'ਚ ਸਾਰਾ ਕੁਝ ਕਰ ਲਵਾਂਗਾ, ਅੱਜ ਮੈਂ ਆਹ ਦਿਨ ਮਨਾ ਲਾਂ ਪਹਿਲਾਂ। ਇੱਦਾਂ ਗੁਰਪੁਰਬ ਮਨਾਉਣੇ ਹੁੰਦੇ ਨੇ। ਭਾਏ ਭਗਤ ਭੈ ਵਰਤਮਾਨ, ਡਰ ਦੇ ਵਿੱਚ ਅਦਬ ਦੇ ਵਿੱਚ ਵਰਤਦੇ ਨੇ। ਗੁਰ ਸੇਵਾ ਗੁਰਪੁਰਬ ਕਰਨ ਦੇ। ਸੰਜੈ ਸੋਦਰ ਗਾਵਣੀ, ਅੰਮ੍ਰਿਤ ਵੇਲਾ ਤੇ ਸੰਭਾਲ ਲਿਆ ਹੈ, ਰਾਤ ਨੂੰ ਰਹਿ ਰਸ ਵੀ ਕਰਨੀ ਹੈ। ਬੜੇ ਸਿੱਖ ਇੱਦਾਂ ਦੇ ਨੇ, ਅੰਮ੍ਰਿਤਧਾਰੀ ਵੀ ਸਵੇਰੇ ਨਿਤਨੇਮ ਕਰ ਲੈਂਦੇ ਨੇ, ਪਾਠ ਵੀ ਕਰ ਲੈਂਦੇ ਨੇ ਸਵੇਰੇ, ਰਾਤ ਨੂੰ ਰਹਿ ਰਸ ਹੀ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਰੂਟੀਨ ਹੀ ਨਹੀਂ ਬਣੀ ਕਦੀ। ਅੰਮ੍ਰਿਤ ਛਕਣ ਤੋਂ ਬਾਅਦ 'ਚ ਵੀ ਰੂਟੀਨ ਨਹੀਂ ਬਣਦੀ ਉਹਨਾਂ ਦੀ। ਕਿੰਨੇ ਕਿੰਨੇ ਦਿਨ ਹੋ ਜਾਂਦੇ, ਪੁੱਛੋ ਜੀ ਰਹਿ ਰਸ। ਮੈਂ ਫਿਰ ਕਹਿ ਦੇਵਾਂ ਜਪਜੀ ਸਾਹਿਬ ਬੜੇ ਜਾਣੇ ਕਰ ਲੈਂਦੇ ਜੀ, ਕਿਉਂਕਿ ਸਵੇਰੇ ਉੱਠੇ ਹੁੰਦੇ ਨੇ, ਚਲੋ ਜੀ ਜਪਜੀ ਸਾਹਿਬ ਕਰ ਲਈਏ। ਰਹਿ ਰਸ ਕਰਦੇ ਹੀ ਨਹੀਂ, ਕਿਉਂਕਿ ਘਰ ਦੇ ਕੰਮ ਹੀ ਇੰਨੇ ਹੋ ਜਾਂਦੇ ਨੇ। ਘਰ ਦੇ ਕੰਮ ਜ਼ਿਆਦਾ ਵੱਡੇ ਹੋ ਗਏ, ਜਾਂ ਫੋਨ ਚਲਾਇਆ ਤੇ ਸਮਾਂ ਹੀ ਨਹੀਂ ਲੱਗਾ, ਕਿਤੇ ਹੋਰ ਕੰਮ ਕਰਦੇ ਪਏ ਸੀ। ਤੇ ਬੜੇ ਇੱਦਾਂ ਦੇ ਨੇ ਮੈਟਰੋ ਦੇ ਵਿੱਚ ਚੱਲਦੀਆਂ ਨਿਤਨੇਮ ਕਰਦੇ ਪਏ ਨੇ, ਬੜੇ ਇੱਦਾਂ ਦੇ ਨੇ ਗੱਡੀ ਦੇ ਵਿੱਚ ਆ ਰਹੇ ਨੇ ਨਿਤਨੇਮ ਕਰਦੇ ਪਏ ਨੇ। ਇਹੋ ਜਿਹੇ ਵੀ ਬੜੇ ਨੇ, ਪਰ ਇਹੋ ਜਿਹੇ ਵੀ ਆਏ ਨੇ ਜਿਨ੍ਹਾਂ ਨੂੰ ਚੇਤਾ ਹੀ ਭੁੱਲਿਆ ਵੀ ਰਹਿ ਰਸ ਕੀਤੀ ਨੂੰ ਕਿੰਨੇ ਦਿਨ ਹੋ ਗਏ। ਮਹਾਰਾਜ ਕਿਰਪਾ ਕਰੇ, ਸੋਚ ਕੇ ਵੇਖੀਏ। ਸੰਜੈ ਸੋਦਰ ਗਾਵਣਾ, ਰਾਤ ਨੂੰ ਸ਼ਾਮ ਦੇ ਵੇਲੇ, ਇਹ ਸਾਂਝ ਦਾ ਵੇਲਾ ਸ਼ਾਮ ਦਾ ਵੇਲਾ, ਸੋਦਰ ਦਾ ਪਾਠ ਕਰਦੇ ਨੇ। ਮਨ ਮੇਲੀ ਕਰ ਮੇਲ ਕਰਨ ਦੇ, ਆਪਣੇ ਮਨ ਦੇ ਨਾਲ ਜਿਨ੍ਹਾਂ ਦਾ ਉਹਨਾਂ ਦਾ ਮਨ ਮਿਲਿਆ ਹੁੰਦਾ ਹੈ ਨਾ, ਉਹਨਾਂ ਨੂੰ ਆ ਕੇ ਮਿਲਦੇ ਨੇ। ਜਿੱਦਾਂ ਅਸੀਂ ਸੰਗਤ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਹਾਂ, ਗੁਰਸਿੱਖ ਇੱਦਾਂ ਮਿਲਦੇ ਨੇ। ਇੱਥੇ ਵੀ ਸੋਦਰ ਦੇ ਵੇਲੇ ਕਾਫੀ ਸੰਗਤ ਹੁੰਦੀ ਹੈ ਗੁਰੂ ਪਿਆਰ ਦੇ ਵਿੱਚ, ਬੜੀਆਂ ਸਥਾਨਾਂ ਦੇ ਉੱਤੇ ਸੰਗਤ ਆਉਂਦੀ ਹੈ ਸੋਦਰ ਦੇ ਵੇਲੇ। ਘਰ ਦੇ ਵਿੱਚ ਵੀ ਜੇ ਕਰਦੇ ਪਏ ਹਾਂ ਤੇ ਰਾਤੀ ਕੀਰਤ ਸੋਹਿਲਾ ਕਰ ਆਰਤੀ ਪ੍ਰਸ਼ਾਦ ਵੰਡਣ ਦੇ। ਰਾਤ ਨੂੰ ਫਿਰ ਸੋਹਿਲਾ ਸਾਹਿਬ ਪੜ੍ਹਦੇ ਨੇ, ਕੀਰਤੀ ਕਰਦੇ ਨੇ ਮਾਲਕ ਦੀ। ਇਸੇ ਸ਼ਬਦ ਤੋਂ ਕਿਸੇ ਵੇਲੇ ਇਹਨੂੰ ਕੀਰਤਨ ਸੋਹਿਲਾ ਵੀ ਕਹਿ ਦਿੱਤਾ ਜਾਂਦਾ ਹੈ, ਪਰ ਬਾਣੀ ਦਾ ਨਾਮ ਜਿਹੜਾ ਹੈ ਉਹ ਸੋਹਿਲਾ ਹੈ। ਰਾਤੀ ਕੀਰਤ ਸੋਹਿਲਾ, ਬਿਰਾਜਣ ਤੋਂ ਪਹਿਲਾਂ ਪੜ੍ਹੀ ਜਾਣ ਵਾਲੀ ਬਾਣੀ ਹੈ ਸੋਹਿਲਾ ਸਾਹਿਬ। ਰਾਤੀ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਕੇ ਸੌਂਦੇ ਨੇ। ਕਰ ਆਰਤੀ ਪ੍ਰਸ਼ਾਦ ਵੰਡਣ ਦੇ, ਆਰਤੀ ਵਾਲਾ ਸ਼ਬਦ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਉਹ ਸ਼ਬਦ ਨਿਤਨੇਮ ਦੇ ਵਿੱਚ ਪੜ੍ਹਿਆ ਜਾਂਦਾ ਰਿਹਾ ਹੈ ਸਤਿਗੁਰੂ ਦੇ ਵੇਲੇ। ਪ੍ਰਸ਼ਾਦ ਵੰਡਣ ਦੇ, ਤੇ ਪ੍ਰਸ਼ਾਦ ਨੂੰ ਵੰਡਦੇ ਨੇ। ਹੁਣ ਵੀ ਪੜ੍ਹ ਲਿਆ ਜਾਵੇ ਤਾਂ ਕੋਈ ਦਿੱਕਤ ਨਹੀਂ ਹੈ, ਪੜ੍ਹਨਾ ਚਾਹੀਦਾ ਹੈ। ਪ੍ਰਸ਼ਾਦ ਵੰਡਦੇ ਨੇ, ਬਰਾਬਰੀ ਦੇ ਸਿਧਾਂਤ ਦੇ ਵਿੱਚ ਚੱਲਦੇ ਨੇ। ਇਸ ਕਰਕੇ ਤੁਸੀਂ ਇਹ ਚੀਜ਼ ਵੀ ਵੇਖ ਲਿਓ, ਇੱਥੇ ਵੀ ਹੁੰਦੀ ਹੈ। ਜਿੱਦਾਂ ਹੁਣ ਸੋਹਿਲਾ ਸਾਹਿਬ ਤੋਂ ਬਾਅਦ ਸੁੱਖ ਆਸਣ ਹੋ ਜਾਣਾ, ਤੇ ਸੰਗਤ ਨੇ ਜਿਹੜੀ ਨੇ ਪ੍ਰਸ਼ਾਦ ਨਹੀਂ ਛਕਿਆ ਹੁੰਦਾ, ਵੈਸੇ ਤਾਂ ਸੋਹਿਲਾ ਸਾਹਿਬ ਕਰਦਿਆਂ ਵੀ ਵਰਤ ਜਾਂਦਾ ਹੈ। ਜਿਹਨੇ ਨਹੀਂ ਛਕਿਆ ਹੁੰਦਾ, ਜਾਂ ਪ੍ਰਸ਼ਾਦ ਕਿਸੇ ਵੇਲੇ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਤੇ ਸੰਗਤ ਨੂੰ ਵੰਡਿਆ ਜਾਂਦਾ ਨਾ, ਸੋਹਿਲਾ ਸਾਹਿਬ ਤੋਂ ਬਾਅਦ ਪ੍ਰਸ਼ਾਦ ਵੰਡਣਾ, ਬਰਾਬਰੀ ਦਾ ਸਿਧਾਂਤ। ਕਰ ਆਰਤੀ ਪ੍ਰਸ਼ਾਦ ਵੰਡਣ ਦੇ, ਗੁਰਮੁਖ ਸੁੱਖ ਫਲ ਪਿਰਮ ਚਖਣ ਦੇ। ਗੁਰਮੁਖ ਇੱਦਾਂ ਦੀ ਜ਼ਿੰਦਗੀ ਜੀਂਦੇ ਨੇ,
ਤੇ ਬੜੇ ਸੁੱਖ ਦੇ ਨਾਲ ਇਸ ਚੀਜ਼ ਦਾ ਆਨੰਦ ਮਾਣਦੇ ਨੇ। ਮੈਂ ਇਸ ਕਰਕੇ ਅੰਮ੍ਰਿਤ ਵੇਲੇ ਦੇ ਉੱਤੇ ਥੋੜ੍ਹਾ ਜਿਹਾ ਜ਼ਿਆਦਾ ਸਮਾਂ ਰੁਕਣ ਦੀ ਕੋਸ਼ਿਸ਼ ਕੀਤੀ ਹੈ ਵੀ ਸਾਡੇ ਆਲੇ ਦੁਆਲੇ ਨਾ ਬੜੀਆਂ ਵਿਆਖਿਆਵਾਂ ਨੇ, ਔਰ ਬਾਕੀ ਸਾਡੀ ਸੁਸਾਇਟੀ ਦਾ ਸੁਭਾਅ ਇੱਦਾਂ ਦਾ ਹੈ ਜਿੱਥੇ ਰਾਤ ਜਾਗਣ ਨੂੰ ਬੜਾ ਮਾਣ ਮੰਨਿਆ ਜਾਂਦਾ ਵੀ ਰਾਤ ਜਾਗਦੇ ਹਾਂ ਅਤੇ ਪਤਾ ਨਹੀਂ ਕਿੱਡਾ ਕੁ ਵੱਡਾ ਕੰਮ ਕਰ ਲੈਂਦੇ ਅਸੀਂ। ਨਹੀਂ, ਅੰਮ੍ਰਿਤ ਵੇਲੇ ਜਾਗਣਾ ਇਹ ਸਿੱਖੀ ਦਾ ਵਿਧਾਨ ਹੈ। ਸਿਰਫ ਇਸੇ ਥਾਂ ਦੇ ਉੱਤੇ ਨਹੀਂ, ਬੜੀਆਂ ਥਾਵਾਂ 'ਤੇ ਭਾਈ ਗੁਰਦਾਸ ਸਾਹਿਬ ਜੀ ਦਾ ਇਹ ਹਵਾਲਾ ਆਵੇਗਾ। ਮਹਾਰਾਜ ਦੇ ਕੋਲ ਅਰਦਾਸ ਕਰੀਏ। ਹਾਂ, ਸਰੀਰ ਰੋਗੀ ਹੈ, ਕਿਸੇ ਵੇਲੇ ਨਹੀਂ ਉੱਠਿਆ ਗਿਆ, ਕੋਈ ਗੱਲ ਨਹੀਂ, ਇਹ ਸਜ਼ਾ ਨਹੀਂ ਹੈ। ਪਰ ਮੈਂ ਫਿਰ ਕਹਿ ਦੇਵਾਂ, ਹਿੰਮਤ ਨਹੀਂ ਹੈ ਕਿਸੇ ਕਰਕੇ ਕੰਮ ਕਰਦਿਆਂ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਹੈ, ਸਰੀਰ ਨੂੰ ਨਹੀਂ ਉੱਠਿਆ ਜਾ ਰਿਹਾ, ਉਹ ਹੋਰ ਗੱਲ ਹੈ। ਪਰ ਜਿਹੜਾ ਤੰਦਰੁਸਤ ਬੰਦਾ ਹੀ ਇੱਦਾਂ ਪਿਆ ਹੋਇਆ ਹੈ ਅਤੇ ਉਹਦੇ ਲਈ ਤਾਂ ਫਿਰ ਬਾਬਾ ਕਬੀਰ ਕਹਿੰਦੇ, ਕਬੀਰ ਸੂਤਾ ਕਿਆ ਕਰੇ, ਬੈਠਾ ਰਹਿ ਅਰ ਜਾਗ, ਜਾ ਕੇ ਸੰਗ ਤੇ ਬਿਸ਼ਰਾ ਤਾਹੀ ਕੈ ਸੰਗ ਲਾਗ। ਉਹ ਭਾਈ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪਹਿ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਕਹਿੰਦੇ ਫਿਰ ਇੱਕ ਦਿਨ ਤੇ ਗੋਡੇ ਸਿੱਧੇ ਹੋ ਹੀ ਜਾਣੇ ਨੇ ਨਾ, ਹੁਣ ਤੇ ਸਿੱਧੇ ਨਹੀਂ, ਹੁਣ ਤੇ ਤੇਰਾ ਜੀ ਕਰਦਾ ਵੀ ਪਏ ਰਹਿਣ ਸਿੱਧੇ, ਵੀ ਉੱਠਾਂ ਕਿਉਂ, ਤੇ ਫਿਰ ਇੱਕ ਦਿਨ ਆਪੇ ਸਿੱਧੇ ਹੋ ਜਾਣੇ ਨੇ। ਉਹ ਤੁਹਾਨੂੰ ਵੀ ਪਤਾ ਵੀ ਕਿੱਥੇ ਸਿੱਧੇ ਹੋਣੇ ਨੇ, ਇਸ ਕਰਕੇ ਕਿਤੇ ਦੂਜੇ ਪਾਸੇ ਦੀ ਗੱਲ ਵੀ ਕਰ ਦਿੰਦੇ ਨੇ। ਮਹਾਰਾਜ ਸਮਝੀਏ ਇਸ ਗੱਲ ਨੂੰ, ਮਹਾਰਾਜ ਦੇ ਕੋਲ ਅਰਦਾਸ ਕਰੀਏ, ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਦੇ। ਇਹਦੇ ਤੋਂ ਉੱਤੇ ਕੁਝ ਵੀ ਨਹੀਂ ਹੈ। ਜਿਨ੍ਹਾਂ ਦੇ ਕੋਲ ਅੰਮ੍ਰਿਤ ਵੇਲਾ ਆ ਗਿਆ ਹੈ ਉਹਨਾਂ ਨੇ ਇਹਨੂੰ ਅੱਗੇ ਲੈ ਕੇ ਜਾਣਾ ਹੈ, ਪਰ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਮਹਾਰਾਜ ਨੇ ਦਿੱਤਾ ਉਹਨਾਂ ਦੇ ਉੱਤੇ ਨਮਸਕਾਰ। ਸਿੱਖੀ ਦਾ ਪਹਿਲਾ ਦਿਨ ਦਾ ਪਹਿਲਾ ਸਾਡਾ ਇਹ ਰੂਟੀਨ ਹੈ। ਮਹਾਰਾਜ ਬਖਸ਼ ਲੈਣ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।